हाँ जी, सत श्री अकाल। मैं अनिल कुमार, BCA, B.Liv, M.Liv, PhD, UGC NET, JRF ਕੁਆਲੀਫਾਈਡ 6 ਸਾਲ ਦਾ ਹੀ ਮੇਰੇ ਕੋਲ ਐਕਸਪੀਰੀਅੰਸ ਆ। ਇਹ ਮੇਰਾ ਕੰਟੈਕਟ ਨੰਬਰ ਹੈ ਜੀ 9317814488। ਹਾਂਜੀ, ਆਪਾਂ ਤੁਹਾਡੇ ਲਈ ਅੱਜ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਸਾਇੰਸ ਦੇ ਜਿਹੜੇ UGC NET ਦੇ ਪਹਿਲਾਂ ਪੇਪਰ ਹੋਏ ਨੇ ਉਹਨਾਂ ਦੇ ਕੁਐਸਚਨ ਜਾਂ ਐਕਸਪੈਕਟਡ ਕੁਐਸਚਨ ਕੀ ਕੁਐਸਚਨ ਆ ਸਕਦੇ ਨੇ, ਠੀਕ ਹੈ ਜੀ, ਉਹਨਾਂ ਬਾਰੇ ਆਪਾਂ ਫੁੱਲ ਐਕਸਪਲੇਨੇਸ਼ਨ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ। ਹਾਂਜੀ, ਇਹ ਮੇਰਾ ਨਵਾਂ ਚੈਨਲ ਹੈ ਜੀ, ਓਸ਼ਨ ਫॉर ਲਾਇਬ੍ਰੇਰੀ ਨੌਲੇਜ, ਠੀਕ ਹੈ ਜੀ। ਤਾਂ ਇਹ ਮੈਂ ਚੈਨਲ ਕਿਉਂ ਬਣਾਇਆ ਜੀ, ਠੀਕ ਹੈ, ਕਿਉਂਕਿ ਬੱਚੇ ਨੈਟ ਦੀ ਤਿਆਰੀ ਕਰ ਰਹੇ ਨੇ, ਕਾਫੀ ਵਾਰ ਟਰਾਈ ਕਰਦੇ ਆ, ਫਿਰ ਵੀ ਉਹਨਾਂ ਦਾ ਨੈਟ ਨਹੀਂ ਹੁੰਦਾ, ਠੀਕ ਹੈ। ਤਾਂ ਮੇਰੇ ਮਾਈਂਡ ਦੇ ਵਿੱਚ ਆਇਆ ਵੀ ਕਿਉਂ ਨਾ ਆਪਾਂ YouTube ਚੈਨਲ ਦੇ ਨਾਲ ਆਪਾਂ ਜਿਹੜਾ ਬੱਚਿਆਂ ਦੇ ਜੋ ਵੀ ਡ੍ਰੀਮਸ ਨੇ, ਜੋ ਤੁਹਾਡੇ ਸੁਪਨੇ ਹੈਗੇ ਆ ਵੀ ਅਸੀਂ UGC ਨੈਟ ਕਲੀਅਰ ਕਰਨਾ, ਤਾਂ ਉਹ ਤੁਹਾਡੇ ਸੁਪਨੇ ਜਿਹੜੇ ਇਸ ਚੈਨਲ ਦੇ ਥਰੂ ਪੂਰੇ ਹੋ ਸਕਦੇ ਆ ਜੀ, ਠੀਕ ਹੈ। ਤਾਂ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਸੀਂ ਸਾਰਿਆਂ ਨੇ ਇਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਗਾ, ਠੀਕ ਹੈ। ਤਾਂ ਸਬਸਕ੍ਰਾਈਬ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਬਟਨ ਦੇ ਉੱਪਰ ਕਲਿੱਕ ਕਰਨਾ, ਕਲਿੱਕ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਪ੍ਰੈਸ ਕਰਨਾ ਜੀ, ਠੀਕ ਹੈ। ਇਹਦੇ ਨਾਲ ਕੀ ਹੋਊਗਾ, ਜੋ ਵੀ ਮੈਂ ਵੀਡੀਓ ਅਪਲੋਡ ਕਰੂੰਗਾ ਉਹ ਤੁਹਾਡੇ ਕੋਲ ਆ ਜਾਇਆ ਕਰੂ ਜੀ ਇਸ ਨਾਲ, ਠੀਕ ਹੈ ਜੀ। ਹਾਂਜੀ, ਤਾਂ ਅੱਜ ਦਾ ਸਭ ਤੋਂ ਪਹਿਲਾ ਕੁਐਸਚਨ ਹੈ ਜੀ, ਵਾਟ ਇਜ਼ ਦੀ ਮੀਨਿੰਗ ਆਫ ਟਰਮ ਇਨਫੋਰਮੇਸ਼ਨ ਆਈਸਬਰਗ। ਇੱਕ ਨਵੀਂ ਟਰਮ ਹੈ ਜੀ, ਸ਼ਾਇਦ ਤੁਸੀਂ ਨਹੀਂ ਸੁਣੀ ਹੋਣੀ, ਠੀਕ ਹੈ। ਤਾਂ ਇਹਨੂੰ ਬੜੇ ਧਿਆਨ ਨਾਲ ਕਰਨਾ ਜੀ, ਠੀਕ ਹੈ। ਟਰਮ ਇਨਫੋਰਮੇਸ਼ਨ ਆਈਸਬਰਗ ਦਾ ਮਤਲਬ ਕੀ ਆ, ਕੀ ਮੀਨਿੰਗ ਹੈ ਜੀ, ਠੀਕ ਹੈ। ਕੁਐਸਚਨ ਦਾ ਆਨਸਰ ਜਾਣਨ ਤੋਂ ਪਹਿਲਾਂ ਆਪਾਂ ਨੂੰ ਇਸ ਟਰਮ ਬਾਰੇ ਪਤਾ ਹੋਣਾ ਚਾਹੀਦਾ, ਇਹਦਾ ਮਤਲਬ ਕੀ ਆ, ਠੀਕ ਹੈ ਜੀ। ਤਾਂ ਆਪਾਂ ਹੁਣ ਅੱਗੇ ਇਹਨੂੰ ਡਿਟੇਲ ਦੇ ਵਿੱਚ ਪੜਾਂਗੇ ਆਪਾਂ ਇਸ ਕਨਸੈਪਟ ਨੂੰ, ਇਨਫੋਰਮੇਸ਼ਨ ਆਈਸਬਰਗ ਕਨਸੈਪਟ ਹੈ ਕੀ ਆ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਇਨਫੋਰਮੇਸ਼ਨ ਆਈਸਬਰਗ, ਠੀਕ ਹੈ ਜੀ। ਇਹ ਪੀਸ ਆਫ ਲੈਂਡ that has 80% of its land mass invisible, ਠੀਕ ਹੈ। ਜਿਹਦੇ ਵਿੱਚ ਕੀ ਹੈ ਜੀ, ਆਪਣੇ ਕੋਲ ਲੈਂਡ ਮਾਸ ਹੈ ਜਿਹੜਾ 80% ਕੀ ਹੁੰਦਾ ਗਾ, ਇਨਵਿਜੀਬਲ ਹੁੰਦਾ, ਠੀਕ ਹੈ, ਅੰਡਰ ਵਾਟਰ, ਪਾਣੀ ਦੇ ਵਿੱਚ ਆ, ਐਂਡ 20% that is ਵਿਜ਼ੀਬਲ, ਠੀਕ ਹੈ। ਤਾਂ ਸਿਰਫ 20% ਕੀ ਆਪਾਂ ਨੂੰ ਵਿਜ਼ੀਬਲ ਹੁੰਦਾ ਔਰ ਅਬਵ ਦੀ ਵਾਟਰ, ਪਾਣੀ ਦੇ ਉੱਪਰ ਹੁੰਦਾ ਜਿਹੜਾ, ਠੀਕ ਹੈ ਜੀ। ਤਾਂ ਕਲੀਅਰਲੀ ਇਨਫੋਰਮੇਸ਼ਨ ਆਈਸਬਰਗ ਮੀਨਸ ਇਨਫੋਰਮੇਸ਼ਨ that is less visible, more invisible, ਠੀਕ ਹੈ। ਤਾਂ ਇੱਥੋਂ ਆਪਾਂ ਇੱਕ ਆਈਡੀਆ ਲਾ ਸਕਦੇ ਹਾਂ ਵੀ ਜਿਹੜਾ ਇਨਫੋਰਮੇਸ਼ਨ ਆਈਸਬਰਗ ਆ ਉਹਦਾ ਮਤਲਬ ਕੀ ਆ। ਉਹਦਾ ਮਤਲਬ ਕੀ ਹੈ ਵੀ ਇਨਫੋਰਮੇਸ਼ਨ ਜਿਹੜੀ ਘੱਟ ਵਿਜ਼ੀਬਲ ਹੁੰਦੀ ਆ, ਮੋਰ ਇਨਵਿਜ਼ੀਬਲ, ਆਪਾਂ ਨੂੰ ਇਨਫੋਰਮੇਸ਼ਨ ਜ਼ਿਆਦਾ ਜਿਹੜੀ ਉਹ ਕੀ ਆ, ਇਨਵਿਜ਼ੀਬਲ ਆ, ਆਪਾਂ ਨੂੰ ਨਹੀਂ ਦਿਖਦੀ ਉਹ ਇਨਫੋਰਮੇਸ਼ਨ, ਉਹਨੂੰ ਬੋਲਦੇ ਆ ਜੀ ਆਪਾਂ ਇਨਫੋਰਮੇਸ਼ਨ ਆਈਸਬਰਗ ਬੋਲਦੇ ਆ ਆਪਾਂ, ਠੀਕ ਹੈ ਜੀ। ਤਾਂ ਇਨਫੋਰਮੇਸ਼ਨ ਆਈਸਬਰਗ in general refer to any body of information which has a large portion of its data set undiscoverable to a regular seeker। ਜੋ ਵੀ ਰੈਗੂਲਰ ਸੀਕਰ ਇਨਫੋਰਮੇਸ਼ਨ ਨੂੰ ਦੇਖਦਾ, ਠੀਕ ਹੈ, ਤਾਂ ਕਈ ਵਾਰ ਕੀ ਹੁੰਦਾਗਾ, ਲਾਰਜ ਪੋਰਸ਼ਨ ਆਫ ਡਾਟਾ ਜਿਹੜਾ ਉਹ ਡਿਸਕਵਰ ਨਹੀਂ ਕਰ ਪਾਉਂਦਾ, ਠੀਕ ਹੈ, ਅਨਡਿਸਕਵਰੇਬਲ ਹੁੰਦਾ ਡਾਟਾ, ਠੀਕ ਹੈ। ਤਾਂ ਇਸ ਕੰਸੈਪਟ ਨੂੰ ਆਪਾਂ ਕੀ ਬੋਲਦੇ ਹਾਂ, ਆਪਾਂ ਇਨਫੋਰਮੇਸ਼ਨ ਆਈਸਬਰਗ ਬੋਲਦੇ ਹਾਂ, ਠੀਕ ਹੈ। ਤਾਂ ਆਪਾਂ ਹੋਰ ਇੱਕ ਐਗਜ਼ਾਮਪਲ ਲੈਂਦੇ ਹਾਂ, ਐਗਜ਼ਾਮਪਲ ਦੇ ਨਾਲ ਕੀ ਹੈ ਤੁਹਾਨੂੰ ਇਹ ਹੋਰ ਕੰਸੈਪਟ ਜਿਹੜਾ ਜ਼ਿਆਦਾ ਕਲੀਅਰ ਹੋ ਸਕਦਾ ਗਾ, ਠੀਕ ਹੈ। ਇੱਕ ਤੁਸੀਂ ਸੁਣਿਆ ਹੋਣਾ ਡੀਪ ਵੈਬ। ਡੀਪ ਵੈਬ ਕੀ ਹੈ, ਇਨਫੋਰਮੇਸ਼ਨ ਆਈਸਬਰਗ ਦੀ ਇੱਕ ਐਗਜ਼ਾਮਪਲ ਆ, ਇੰਸਟੈਂਟ ਹੈ, ਠੀਕ ਹੈ ਜੀ। ਤਾਂ ਡੀਪ ਵੈਬ ਹੁੰਦੀ ਕੀ ਆ, ਡੀਪ ਵੈਬ ਰੈਫਰ ਟੂ ਦੀ ਪਾਰਟ ਆਫ ਇੰਟਰਨੈਟ, ਇੱਕ ਇੰਟਰਨੈਟ ਦਾ ਪਾਰਟ ਹੁੰਦਾ that is not accessible with a regular search engine, ਠੀਕ ਹੈ। ਉਹ ਪਾਰਟ ਜਿਹੜਾ ਸਰਚ ਇੰਜਨ ਦੁਆਰਾ ਐਕਸੈਸ ਨਹੀਂ ਕੀਤਾ ਜਾ ਸਕਦਾ ਜਾਂ ਨਹੀਂ ਹੁੰਦਾ ਐਕਸੈਸ, ਉਸ ਪਾਰਟ ਨੂੰ ਆਪਾਂ ਕੀ ਬੋਲਦੇ ਹਾਂ, ਡੀਪ ਵੈਬ ਬੋਲਦੇ ਹਾਂ, ਠੀਕ ਹੈ। ਤਾਂ ਇਨਫੋਰਮੇਸ਼ਨ ਆਈਸਬਰਗ ਦੀ ਇੱਕ ਐਗਜ਼ਾਮਪਲ ਹੈ ਇਹ ਡੀਪ ਵੈਬ, ਠੀਕ ਹੈ। ਇੱਕ ਨਵੀਂ ਟਰਮ ਹੈ ਜੀ, ਇਹਨੂੰ ਬੜੇ ਧਿਆਨ ਨਾਲ ਵੀਡੀਓ ਨੂੰ ਸੁਣਿਓ ਤਾਂ ਤੁਹਾਨੂੰ ਸਮਝ ਆਊਗੀ, ਠੀਕ ਹੈ। ਤਾਂ ਇਨਫੋਰਮੇਸ਼ਨ ਆਈਸਬਰਗ ਦੇ ਵਿੱਚ ਕੀ ਹੁੰਦਾ ਜੀ, 1/5 ਪਾਰਟ ਜਿਹੜਾ ਵਿਜ਼ੀਬਲ ਹੁੰਦਾ, ਸਿਰਫ 5 ਵਾਂਗਰ ਜਿਹੜਾ ਇੱਕ ਭਾਗ ਵਿਜ਼ੀਬਲ ਹੁੰਦਾ, ਠੀਕ ਹੈ। ਤੇ ਜਿਹੜੇ 4/5 ਨਾਨ ਵਿਜ਼ੀਬਲ, ਠੀਕ ਹੈ। 5 ਦੇ ਵਿੱਚੋਂ ਜਿਹੜੇ 4 ਭਾਗ ਨੇ ਉਹ ਕੀ ਨੇ, ਨਾਨ ਵਿਜ਼ੀਬਲ ਹੁੰਦੇ ਆ, ਠੀਕ ਹੈ। ਤਾਂ ਇੱਕ ਨਵਾਂ ਕੰਸੈਪਟ ਆ, ਇਹਨੂੰ ਬੜੇ ਧਿਆਨ ਨਾਲ ਦੇਖਿਓ ਫਿਰ ਸਮਝ ਆਉਣਾ ਇਹ, ਠੀਕ ਹੈ। ਤਾਂ ਇਹਦਾ ਆਨਸਰ ਕੀ ਆਊਗਾ, 1/5 ਵਿਜ਼ੀਬਲ ਐਂਡ 4/5 ਨਾਨ ਵਿਜ਼ੀਬਲ, ਠੀਕ ਹੈ। ਤਾਂ ਹੁਣ ਆਪਾਂ
हाँ जी, हुण आपां इहदे क्वेश्चन दे आंसर ते जावांगे। ऑप्शन देखांगे आपां। पहली ऑप्शन है 1/3, ठीक है, नॉन विजिबल एंड 2/3 विजिबल। सेकंड ऑप्शन 1/3 विजिबल एंड 2/3 नॉन विजिबल। 1/4 नॉन विजिबल एंड 3/4 विजिबल। 1/4 विजिबल एंड 3/4 नॉन विजिबल। ठीक है, तो ये कोई भी ऑप्शन नहीं हैगी, नन ऑफ दीज। क्यों? क्योंकि यूजीसी वालों इस क्वेश्चन दी जिहड़ियां ऑप्शन सी ओह रॉन्ग पाईयां गईयां सी। ठीक है, तो यह क्वेश्चन मे भी ये ड्रॉप किया गया या फिर इसनूं इस क्वेश्चन के सारे नंबर दिते गए थे। ठीक है जी, तो यदा आंसर की आऊगा अपने को 1/5 विजिबल एंड 4/5 नॉन विजिबल। ठीक है, ये कोई भी ऑप्शन नहीं आनी। चलो सैकंड आप क्वेश्चन नंबर 2 की गल करांगे हुण। व्हाट इज द नेम ऑफ कमेटी रिस्पोंसिबल फॉर द इंडियन स्टैंडर्ड रिलेटेड टू लाइब्रेरी। ठीक है जी, वो केड़ी कमेटी आ जिहड़ी इंडियन स्टैंडर्ड लाइब्रेरी नाल रिलेटेड इंडियन स्टैंडर्ड आ उन्हां नाल रिलेटेड कमेटी का नाम की आ, आपां उहदे बारे गल करांगे। ठीक है, तो आंसर जानने तो पहला आपां स्टैंडर्ड बारे देखांगे, स्टैंडर्ड हुंदे की ने। ठीक है जी, तो सब तो पहला आपां गल करते हैं स्टैंडर्ड। स्टैंडर्ड की आ? स्टैंडर्ड वर इंट्रोड्यूस इन द इंडस्ट्री इन 19th सेंचुरी। ठीक है, 19वीं सेंचुरी दे विच जिहड़ा स्टैंडर्ड आ ये इंडस्ट्रियां दे विच इंट्रोड्यूस किया गया सीगा। क्यों किया गया सी? टू ब्रिंग यूनीफॉर्मिटी इन द प्रोडक्ट्स दैट वर मेंट फॉर द मास प्रोडक्शन। ठीक है, ताकि आपां जिहड़े प्रोडक्ट ने उन्हां विच यूनीफॉर्मिटी लिआंदी जा सके। ठीक है जी, ताकि आपां जदों आपां मास प्रोडक्शन करनी आ तां सारे जिहड़े प्रोडक्ट ने ओह इक्को जिहे होण, उन्हां विच यूनीफॉर्मिटी आवे। ठीक है जी, तां मोस्ट सैक्टर लाइक रेलवे, इलैक्ट्रिसिटी, टेलीकम्युनिकेशन फॉलोड स्टैंडर्ड so that they become a part of large framework, making their service and product interchangeable with other। ठीक है जी, स्टैंडर्ड आर पब्लिश्ड एज ऑपरेटिंग गाइडलाइंस, प्रोसीजर एंड पॉलिसी। स्टैंडर्ड की होंगे ने? कोई ऑपरेटिंग गाइडलाइंस हो सकदियां ने, कोई प्रोसीजर हो सकता, कोई पॉलिसीज हो सकदियां ने। ठीक है, इन्होंने आपां की बोलते हैं स्टैंडर्ड। स्टैंडर्ड वैसे आपां गल करिए तां एक डॉकूमेंट हुंदा। ठीक है, तुसीं प्राइमरी डॉकूमेंट दे विच जदों आपां गल करदे हां प्राइमरी सोर्स दी, तां प्राइमरी सोर्स दे विच स्टैंडर्ड पढ़िया होना, तां ये ओही स्टैंडर्ड आई। ठीक है, तां ये एक डॉकूमेंट आ ਜਿਹਦੇ ਵਿੱਚ ਗਾਈਡਲਾਈਨਸ ਹੋ ਸਕਦੀਆਂ ਨੇ, ਕੋਈ ਪ੍ਰੋਸੀਜਰ ਹੋ ਸਕਦਾ, ਕੋਈ ਪਾਲਿਸੀ ਹੋ ਸਕਦੀ ਆ। ਠੀਕ ਹੈ ਜੀ, ਵਟ ਐਵਰ ਵੀ ਦੀ ਸਟੈਂਡਰਡ they are required in the management of information just as law are needed in the our study। ਠੀਕ ਹੈ, ਤਾਂ ਜਿਹੜੇ ਇਹ ਸਟੈਂਡਰਡ ਆ ਇਹ ਸਾਨੂੰ ਰਿਕੁਆਇਰਡ ਨੇ, ਕਾਹਦੇ ਵਾਸਤੇ ਰਿਕੁਆਇਰਡ ਨੇ? ਇਨਫੋਰਮੇਸ਼ਨ ਨੂੰ ਮੈਨੇਜ ਕਰਨ ਵਾਸਤੇ, ਕਿਵੇਂ ਆਪਾਂ ਇਨਫੋਰਮੇਸ਼ਨ ਨੂੰ ਹੈਂਡਲ ਕਰਨਾ। ਠੀਕ ਹੈ, ਜਿਵੇਂ ਆਪਾਂ ਸੁਸਾਇਟੀ ਦੇ ਵਿੱਚ ਆਪਣੇ ਕੋਲ ਲਾਅ ਹੁੰਦੇ ਨੇ, ठीक है, उस तरह इनफॉर्मेशन को मैनेज करने वास्ते अपने को की ने स्टैंडर्ड आ। ठीक है जी, चलो तुसी ISO बारे सुनिया होना। ISO की आ? इंटरनेशनल ऑर्गेनाइजेशन फॉर स्टैंडर्डाइजेशन। ठीक है, स्टैंडर्डाइजेशन। ठीक है, एक इंटरनेशनल लेवल की ऑर्गेनाइजेशन आ जिहड़ी स्टैंडर्ड के उपर काम कर रही है। ठीक है जी, ये जनेवा दे विच आ, एक अपैक्स बॉडी आ। ठीक है जी, सैकंड अपने को हैगी है BSI। BSI की फुल फॉर्म की आ? ब्रिटिश स्टैंडर्ड इंस्टीट्यूशन। ठीक है जी, हाँ जी। नैक्सट आप गल करांगे डेफिनेशन ऑफ स्टैंडर्ड। स्टैंडर्ड हुंदा की आ? BSI ने डिफाइन किया स्टैंडर्ड की आ? स्टैंडर्ड एज एन एग्रीड रिपीटेबल वे ऑफ डूइंग समथिंग। ठीक है, तो स्टैंडर्ड की आ भी आपां सेम तरीके नाल रिपीटेबल तरीके नाल आपां कोई काम करना। ठीक है जी, उहनूं बोलदे आं आपां स्टैंडर्ड। इट इज ए पब्लिश डॉक्यूमेंट, एक डॉक्यूमेंट हुंदा जी दैट कंटेन्स ए टेक्निकल स्पेसिफिकेशन और अदर प्रिसाइज क्राइटेरिया डिजाइंड टू बी यूज्ड कंसिस्टेंटली एज रूल गाइडलाइन और डेफिनेशन। ठीक है, तो ये की होंगे आ? कोई गाइडलाइन, जिवें आपां पहलां गल कर चुके हैं, कोई गाइडलाइन हो सकदियां ने, कोई रूल्स हो सकते हैं, कोई डेफिनेशन हो सकती है जी। ठीक है जी, चलो हुण आपां गल करांगे इंडियन स्टैंडर्ड। ठीक है जी, इंडियन स्टैंडर्ड ISI, इंडियन स्टैंडर्ड इंस्टीट्यूशन, नाउ नॉन एज ब्यूरो ऑफ इंडियन स्टैंडर्ड। हुण आपां इहनूं की बोलदे आ? BI, ब्यूरो ऑफ इंडियन स्टैंडर्ड was established in the year 1947। 1947 ਦੇ ਵਿੱਚ ਇਹ ਜਿਹੜੀ ਇਸਟੈਬਲਿਸ਼ ਕੀਤੀ ਗਈ ਸੀ। ਠੀਕ ਹੈ, ਮੇਨ ਇਹਦਾ ਕੰਮ ਕੀ ਸੀਗਾ? ਟੂ ਇੰਪਰੂਵ ਕੁਆਲਿਟੀ ਆਫ ਗੁੱਡਸ ਪ੍ਰੋਡਿਊਸਡ ਇਨ ਦੀ ਕੰਟਰੀ। ਕੰਟਰੀ ਦੇ ਵਿੱਚ ਕੋਈ ਵੀ ਜਿਹੜਾ ਆਪਣੇ ਕੋਲ ਗੁੱਡਸ ਆ ਪ੍ਰੋਡਿਊਸ ਕੀਤੀ ਜਾਂਦੀ ਆ ਉਹਦੀ ਕੁਆਲਿਟੀ ਨੂੰ ਇੰਪਰੂਵ ਕਰਨ ਵਾਸਤੇ ਇਹ ਜਿਹੜੀ
अपने कोल इंस्टीट्यूशन है जिहड़ा ये ब्यूरो है जिहड़ी बनाई गई सी। ठीक है जी। द इंपॉर्टेंस ऑफ स्टैंडर्ड प्रैक्टिस इन द लाइब्रेरी एंड डॉक्यूमेंटेशन वर्क was realized by the ISI and it set up technical committee known as EC2 documentation committee headed by an eminent person in the field Dr. Ranganasan। ठीक है जी। ਤਾਂ ਇਸ ਕੰਮ ਵਾਸਤੇ ਆਪਣੇ ਕੋਲ ਇੱਕ ਕਮੇਟੀ ਬਣਾਈ ਗਈ ਸੀ ਜਿਹਦਾ ਨਾਮ ਕੀ ਸੀਗਾ EC2 ਡਾਕੂਮੈਂਟੇਸ਼ਨ ਕਮੇਟੀ। ਠੀਕ ਹੈ ਜੀ। ਜਿਹਦਾ ਹੈਡ ਕੌਣ ਸੀਗਾ ਡਾਕਟਰ SR ਰੰਗਾਨਾਥ। ਠੀਕ ਹੈ ਜੀ। ਤਾਂ ਜਿਹੜੀ ਇਹ ਕਮੇਟੀ ਸੀ ਦਿਸ ਕਮੇਟੀ ਇਜ਼ ਪ੍ਰੈਜ਼ੈਂਟਲੀ ਨੋਨ ਐਜ MSD5। ठीक है। तो इस कमेटी का नाम किया MSD5 डॉक्यूमेंटेशन एंड इंफॉर्मेशन सेक्शनल कमेटी इसका नाम है ये। ठीक है। एंड इज रिस्पॉन्सिबल फॉर फॉर्मेशन ऑफ इंडियन स्टैंडर्ड ऑन दी फॉलोइंग एरिया। ठीक है जी। तो ਆਪਾਂ ਨੂੰ ਕੁਐਸਚਨ ਕੀ ਪੁੱਛਿਆ ਗਿਆ ਜੀ ਇਸ ਕਮੇਟੀ ਬਾਰੇ ਹੀ ਪੁੱਛਿਆ ਗਿਆ ਸੀ ਵੀ ਕਮੇਟੀ ਦਾ ਨਾਮ ਕੀ ਆ। ਪਹਿਲਾਂ ਕਮੇਟੀ ਦਾ ਨਾਮ ਕੀ ਸੀ EC2 ਡਾਕੂਮੈਂਟੇਸ਼ਨ ਕਮੇਟੀ। ਤਾਂ ਹੁਣ ਇਹਦਾ ਨਾਮ ਕੀ ਆ MSD5 ਡਾਕੂਮੈਂਟੇਸ਼ਨ ਐਂਡ ਇਨਫੋਰਮੇਸ਼ਨ ਸੈਕਸ਼ਨ ਕਮੇਟੀ। ਠੀਕ ਹੈ ਜੀ। ਤਾਂ ਇਹ ਫੋਲੋਇੰਗ ਏਰੀਆ ਦੇ ਉੱਪਰ ਕੰਮ ਕਰਦੀ ਹੈ। ਕਿਹੜੇ ਕਿਹੜੇ ਏਰੀਆ ਦੇ ਉੱਪਰ ਕੰਮ ਕਰਦੀ ਹੈ ਜੀ ਆਪਾਂ ਦੇਖਦੇ ਹਾਂ ਇਹਦੇ ਵਿੱਚ। ਠੀਕ ਹੈ। ਇਹ ਕੁਝ ਕੁ ਏਰੀਆ ਨੇ ਤੁਸੀਂ ਦੇਖ ਸਕਦੇ ਹੋ। ਠੀਕ ਹੈ। preparation of abstract of periodical article reports indexing bibliographic reference cataloging classification। ठीक है जी। automated information handling system translation book number। ठीक है। book production illustration printing process style manual binding and any other aspect relevant to the processing handling and publication of documents। ठीक है जी। इन्हां एरिया के उपर यह काम करती है जी जिहड़ी अपनी कमेटी है जी। ठीक है जी। चलो हुण आपां क्वेश्चन ते चलदे हां दोबारा। इन्होंने की पूछा गया सीगा कमेटी का नाम की आ। ठीक है। तो कमेटी का नाम की आ MSD5। तो अपना आंसर क्या हुआ MSD5। हाँ जी क्लीयर है सारे। चलो नैक्सट आप गल करते हैं जी क्वेश्चन नंबर 3 की। 3rd क्वेश्चन की पूछा गया वर्ड बुक एंड कॉपीराइट डे। हाँ जी वर्ड बुक एंड कॉपीराइट डे कदों सैलीब्रेट किया जाता। ठीक है जी। तो इसका आंसर जानने तो पहला ਆਪਾਂ ਥੋੜਾ ਜਿਹਾ ਇਹਦਾ ਡਿਟੇਲ ਦੇ ਵਿੱਚ ਗੱਲ ਕਰਾਂਗੇ। ਵਰਡ ਬੁੱਕ ਐਂਡ ਕਾਪੀਰਾਈਟ ਡੇ। ਠੀਕ ਹੈ। ਵਰਡ ਬੁੱਕ ਐਂਡ ਕਾਪੀਰਾਈਟ ਡੇ ਇਜ਼ ਐਨ ਐਨੂਅਲ ਇਵੈਂਟ organized by the United Nations Educational Scientific and Culture Organization UNESCO। UNESCO ਦੁਆਰਾ ਇਹਨੂੰ ਕੀ ਕੀਤਾ ਗਿਆ ਸੀਗਾ ਆਰਗੇਨਾਈਜ਼ ਕੀਤਾ ਗਿਆ ਸੀ। ਕਾਹਦੇ ਵਾਸਤੇ ਕੀਤਾ ਗਿਆ ਸੀ ਟੂ ਰੀਡਿੰਗ ਪਬਲਿਸ਼ਿੰਗ ਐਂਡ ਕਾਪੀਰਾਈਟ। ਠੀਕ ਹੈ ਜੀ। ਰੀਡਿੰਗ ਨੂੰ ਪਬਲਿਸ਼ਿੰਗ ਨੂੰ ਕਾਪੀਰਾਈਟ ਨੂੰ ਪ੍ਰਮੋਟ ਕਰਨ ਵਾਸਤੇ ਇਸ ਡੇ ਨੂੰ ਕੀ ਕੀਤਾ ਗਿਆ UNESCO द्वारा ऑर्गेनाइज किया गया। वर्ल्ड बुक डे वाज फर्स्ट सेलिब्रेटेड ऑन अप्रैल 23rd 1995। 23 अप्रैल 1995 ਨੂੰ ਇਹ ਜਿਹੜਾ ਡੇ ਸੀਗਾ ਪਹਿਲੀ ਵਾਰ ਸੈਲੀਬ੍ਰੇਟ ਕੀਤਾ ਗਿਆ ਸੀਗਾ ਜੀ। ਠੀਕ ਹੈ ਜੀ। ਚਲੋ ਆਪਾਂ ਜੇ ਥੋੜਾ ਜਿਹਾ ਹਿਸਟਰੀ ਦੀ ਗੱਲ ਕਰੀਏ ਇਹਦੀ। ਠੀਕ ਹੈ ਵੀ ਇਹ ਜਿਹੜਾ ਡੇ ਆ ਕਦੋਂ ਮਨਾਇਆ ਆਪਾਂ ਨੇ ਕਿਉਂ ਮਨਾਇਆ ਜਾਂਦਾ ਹੈ ਨਾ ਇਹ ਤਾਂ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ ਹੁਣ। ਦ ओरिजिनल ਆਈਡੀਆ ਵਾਜ ਏ ਵੇ ਟੂ ਆਨਰ ਦ ਆਥਰ ਮੇਗਲ ਦੇ servants on 23rd April his death date। ठीक है जी। ਤਾਂ ਜਿਹੜਾ ਆਈਡੀਆ ਆਇਆ ਸੀਗਾ ਇਸ ਦਿਨ ਜਿਹੜਾ ਆਪਣਾ ਮਾਈਕਲ ਦੇ ਸਰਵੈਂਟਸ ਆਥਰ ਸੀਗਾ ਜੀ ਇਹ ਇੱਕ। ਠੀਕ ਹੈ। ਇਹਦੀ 23 ਅਪ੍ਰੈਲ ਨੂੰ ਡੈਥ ਹੋਈ ਸੀ। ਠੀਕ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਯੂਨੈਸਕੋ ਨੇ 1995 ਦੇ ਵਿੱਚ ਡਿਸਾਈਡ ਕੀਤਾ ਕੀ ਡਿਸਾਈਡ ਕੀਤਾ ਦ ਵਰਲਡ ਬੁੱਕ ਐਂਡ ਕਾਪੀਰਾਈਟ ਡੇ ਵੁੱਡ ਬੀ ਸੈਲੀਬ੍ਰੇਟ ਔਨ 23rd ਅਪ੍ਰੈਲ। 23 ਅਪ੍ਰੈਲ ਨੂੰ ਇਹ ਡੇ ਜਿਹੜਾ ਸੈਲੀਬ੍ਰੇਟ ਕੀਤਾ ਜਾਵੇਗਾ। ਠੀਕ ਹੈ ਜੀ। ਐਜ਼ ਦੀ ਡੇਟ ਇਜ਼ ਆਲਸੋ ਐਨਵਰਸਰੀ ਆਫ ਦੀ ਡੈਥ ਆਫ ਵਿਲੀਅਮ ਸ਼ੇਕਸਪੀਅਰ। ਠੀਕ ਹੈ। ਤਾਂ ਜਿਹੜਾ ਵਿਲੀਅਮ ਸ਼ੇਕਸਪੀਅਰ ਆ ਇਹਦੀ ਵੀ ਡੈਥ ਜਿਹੜੀ ਉਹ 23 ਅਪ੍ਰੈਲ ਨੂੰ ਹੀ ਹੋਈ ਸੀਗੀ। ਠੀਕ ਹੈ ਜੀ। ਐਂਡ ਇਨਕਾ गार्सिलासो दे ला वेगा। ठीक है। ये कोई नाम है जी ये। एज वेल एज दैट ऑफ दी बर्थ एंड डेथ ऑफ दी सेवरल अदर प्रोमिनेंट ऑथर। होर भी ਜਿਹੜੇ ਪ੍ਰੋਮੀਨੈਂਟ ਆਥਰ ਨੇ ਉਹਨਾਂ ਦਾ ਬਰਥਡੇ ਸੀ ਕਿਸੇ ਦੀ ਡੈਥ ਹੋਈ ਸੀ। ਠੀਕ ਹੈ 23 ਅਪ੍ਰੈਲ ਨੂੰ। ਇਸ ਕਰਕੇ ਜਿਹੜਾ 23 ਅਪ੍ਰੈਲ ਆ ਇਹ ਆਪਾਂ ਨੇ ਯੂਨੈਸਕੋ ਦੁਆਰਾ ਇਸ ਦਿਨ ਨੂੰ ਚੂਜ਼ ਕੀਤਾ ਗਿਆ ਐਜ ਏ ਆਪਣਾ ਵਰਲਡ ਬੁੱਕ ਐਂਡ ਕਾਪੀਰਾਈਟ ਡੇ। ਚਲੋ ਨੈਕਸਟ ਕੁਐਸਚਨ ਆਪਣਾ ਅੱਗੇ ਹੈਗਾ ਜੀ ਆਪਣੇ ਕੋਲ ਥੀਮ ਵੀ ਜਿਹੜਾ ਇਹ ਆਪਣੇ ਕੋਲ ਵਰਡ ਬੁੱਕ ਡੇ ਆ ਕਾਪੀਰਾਈਟ ਡੇ ਆ। ਠੀਕ ਹੈ। ਇਹਦਾ ਥੀਮ ਕੀ ਆ 2022 ਦੇ ਵਿੱਚ ਆਪਾਂ ਜਦੋਂ ਡੇ ਸੈਲੀਬ੍ਰੇਟ ਕੀਤਾ ਗਿਆ ਤਾਂ ਇਹਦਾ ਥੀਮ ਕੀ ਸੀਗਾ ਜੀ ਰੀਡ ਸੋ ਯੂ ਨੈਵਰ ਫੀਲ ਅਲੋਨ। ਠੀਕ ਹੈ ਜੀ। ਇਹ ਇਹਦਾ ਥੀਮ ਸੀਗਾ ਰੀਡ ਸੋ ਯੂ ਨੈਵਰ ਫੀਲ ਅਲੋਨ। ਰੀਡ ਕਰੋ ਤਾਂ ਕਿ ਤੁਸੀਂ ਕਦੇ ਵੀ ਅਲੋਨ ਫੀਲ ਨਾ ਕਰੋ ਕੱਲਾ ਫੀਲ ਨਾ ਕਰੋ। ਇਹ ਥੀਮ ਸੀਗਾ ਜੀ। ਤਾਂ ਇਹ ਕੁਐਸਚਨ ਤੁਹਾਨੂੰ ਅੱਗੇ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਜੀ ਕਿਸੇ ਵੀ ਪੇਪਰ ਦੇ ਵਿੱਚ।
हाँ जी, ਤਾਂ ਇਹਦਾ ਆਨਸਰ ਕੀ ਆਊਗਾ ਜੀ? ਆਪਾਂ ਹੁਣੇ ਪੜ੍ਹ ਕੇ ਹਟੇ ਆ, 23 ਅਪ੍ਰੈਲ ਆਊਗਾ ਜੀ। 23 ਅਪ੍ਰੈਲ ਨੂੰ ਆਪਾਂ ਇਹ ਵਰਲਡ ਬੁੱਕ ਐਂਡ ਕਾਪੀਰਾਈਟ ਡੇ ਜਿਹੜਾ ਸੈਲੀਬ੍ਰੇਟ ਕਰਦੇ ਆ ਜੀ। हाँ जी, चलो क्वेश्चन नंबर 4 की गल कर रहे हैं आप। टू मेक एट लीस्ट वन इन एवरी हाउस होल्ड इलिटरेट इज द फर्स्ट एरिया ऑफ पॉलिसी इनकलूडेड इन। हाँ जी, तो जिहड़ा ये अपने कोल कंसैप्ट सीगा एक, टू मेक एट लीस्ट वन इन एवरी हाउस होल्ड इलिटरेट, एक किहड़ी पॉलिसी दे विच सीगा? ठीक है, ਤਾਂ ਇਹਦਾ ਆਨਸਰ ਜਾਣਨ ਤੋਂ ਪਹਿਲਾਂ ਆਪਾਂ ਅੱਗੇ ਡਿਟੇਲ ਦੇ ਵਿੱਚ ਦੇਖਾਂਗੇ। ਹਾਂਜੀ, ਨੈਸ਼ਨਲ ਪਾਲਿਸੀ ਔਨ ਇਨਫੋਰਮੇਸ਼ਨ ਟੈਕਨੋਲੋਜੀ 2012 2012 ਦੇ ਵਿੱਚ ਇੱਕ ਪਾਲਿਸੀ ਬਣਾਈ ਗਈ ਸੀਗੀ। ਕਾਹਦੇ ਵਾਸਤੇ ਬਣਾਈ ਗਈ ਸੀ ਇਹ ਪਾਲਿਸੀ? ਇਨਫੋਰਮੇਸ਼ਨ ਟੈਕਨੋਲੋਜੀ ਦੇ ਉੱਪਰ ਬਣਾਈ ਗਈ ਸੀ। ਸਤੰਬਰ 2012 ਦੇ ਵਿੱਚ ਯੂਨੀਅਨ ਕੈਬਨਿਟ ਅਪਰੂਵਡ ਦੀ ਨੈਸ਼ਨਲ ਪਾਲਿਸੀ ਔਨ ਇਨਫੋਰਮੇਸ਼ਨ ਟੈਕਨੋਲੋਜੀ 2012 2012 ਦੇ ਵਿੱਚ ਇਹ ਜਿਹੜੀ ਆਪਣੇ ਕੋਲ ਪਾਲਿਸੀ ਆ ਇਹ ਯੂਨੀਅਨ कैबिनेट द्वारा अप्रूव की गई सी। ठीक है जी, तो जी ये टैक्नोलॉजी आ ये कुछ थ्रस्ट एरिया सीगे, कुछ के ऑब्जेक्टिव सीगे, वो किहड़े सीगे तुसीं एक बार देख लो सारे, आप सारे नहीं पढ़ते आप। ठीक है, मेन जिहड़ा 7 नंबर ते देखो, हाँ जी 7 नंबर ते देखो कि इन्होंने कहा टू मेक एट लीस्ट वन इंडिविजुअली इन एवरी हाउस होल्ड इलिटरेट। तो इसका मेन मकसद की सीगा, ਜਿਹੜੀ मतलब पॉलिसी बनाई गई सी भी घर ਦੇ ਵਿੱਚ ਹਰ ਇੱਕ ਜਿਹੜਾ ਇੰਡੀਵਿਜੂਅਲ ਆ, ਐਵਰੀ ਹਾਊਸ ਹੋਲਡ ਦੇ ਵਿੱਚ ਕੀ ਆ, ਇੱਕ ਇੰਡੀਵਿਜੂਅਲ ਆ ਉਹ ਘੱਟੋ ਘੱਟ ਆਪਾਂ ਕੀ ਕਰਨਾ, ਇਲਿਟਰੇਟ ਬਣਾਉਣਾ। ਠੀਕ ਹੈ, ਤਾਂ ਕਿ ਉਹ ਆਪਣੇ ਕੰਮ ਆ ਜਿਹੜੇ ਉਹ ਆਪ ਕਰ ਸਕੇ, ਇਲਿਟਰੇਟ ਹੋ ਸਕੇ, ਆਪਾਂ ਨੂੰ ਕਿਸੇ ਤੇ ਡਿਪੈਂਡ ਨਾ ਰਹਿਣਾ ਪਵੇ। ਠੀਕ ਹੈ, ਤਾਂ ਇਹ ਮੇਨ ਪਾਲਿਸੀ ਦਾ ਮਕਸਦ ਇਹ ਸੀਗਾ, ਟੂ ਮੇਕ ਐਟ ਲੀਸਟ ਵਨ ਇੰਡੀਵਿਜੂਅਲ इन एवरी हाउस होल्ड इलिटरेट बनाना जी आपने हर एक हाउस होल्ड ਦੇ किसी एक परसन। ठीक है जी, चलो ये कुछ होर भी ऑब्जेक्टिव सी, ये तुसीं सार सकते हो ध्यान नाल। ठीक है, ਇਹਦੇ ਵਿੱਚੋਂ ਹੋਰ ਵੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ। ਠੀਕ ਹੈ, ਚਲੋ ਹੁਣ ਆਪਾਂ ਕੁਐਸਚਨ ਤੇ ਜਾਂਦੇ ਹਾਂ। ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਸੀਗਾ? ਹਾਂਜੀ, ਵੀ ਟੂ ਮੇਕ ਐਟ ਲੀਸਟ ਵਨ ਇਨ ਐਵਰੀ ਹਾਊਸ ਹੋਲਡ ਇਲਿਟਰੇਟ। ਠੀਕ ਹੈ, ਕਿਹੜੀ ਪਾਲਿਸੀ ਦੇ ਵਿੱਚ ਸੀਗਾ? ਤਾਂ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ ਜੀ, ਨੈਸ਼ਨਲ ਪਾਲਿਸੀ ਔਨ ਇਨਫੋਰਮੇਸ਼ਨ ਟੈਕਨੋਲੋਜੀ 2012। ਠੀਕ ਹੈ, 2012 ਦੇ ਵਿੱਚ ਇੱਕ ਪਾਲਿਸੀ ਬਣਾਈ ਗਈ ਸੀ, ਇਹਦੇ ਵਿੱਚ ਆਪਾਂ ਇਸ ਚੀਜ਼ ਬਾਰੇ ਗੱਲ ਕੀਤੀ ਗਈ ਆ। ਠੀਕ ਹੈ ਜੀ, ਚਲੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਆਪਾਂ ਕੁਐਸਚਨ ਨੰਬਰ 5 ਦੀ। ਕੁਐਸਚਨ ਨੰਬਰ 5 ਦੇ ਵਿੱਚ ਕੀ ਪੁੱਛਿਆ ਗਿਆ ਜੀ? ਆਇਡੈਂਟੀਫਾਈ ਵਿਚ ਵਨ ਆਫ ਦੀ 5 ਲਾਅ ਆਫ ਲਾਇਬ੍ਰੇਰੀ ਸਾਇੰਸ that Ranganathan remarked as trivial truism। ठीक है, in his writing library science and scientific method। हाँ जी, जानन तो पहला ਆਪਾਂ ਕੁਐਸਚਨ ਦੀ ਡਿਟੇਲ ਦੇ ਵਿੱਚ ਜਾ ਕੇ ਗੱਲ ਕਰਾਂਗੇ। ਠੀਕ ਹੈ, हाँ जी, एक लाइब्रेरी साइंस एंड साइंटिफिक मैथड, एक रंगानाथन की राइटिंग हुई है, एक रिसर्च पेपर है जी रंगानाथन का। ठीक है, तो रंगानाथन ने ट्राइवियल ट्रूइज्म की गल की है। ठीक है, तो किहड़े लॉ नूं लैके कीती है? तो आपां थोड़ा जिहा पढ़दे हां डिटेल दे विच, तां तुहानूं क्लीयर हो जाऊगा। Before dealing with these factors, a word should be said about the remark that the first law, books are for use, is a trivial truism। ठीक है, ਤਾਂ ਕਿਹੜੇ ਲਾਅ ਨੂੰ ਕਿਹਾ ਨੇ? ਫਸਟ ਲਾਅ ਨੂੰ ਕਿਹਾ ਜੀ। ਠੀਕ ਹੈ, ਬੁੱਕਸ ਆਰ ਫॉर ਯੂਜ਼ ਨੂੰ ਕਿਹਾ ਟ੍ਰਾਈਵੀਅਲ ਟਰੂਇਜ਼ਮ। ਠੀਕ ਹੈ, ਤਾਂ ਹੁਣ ਆਪਾਂ ਕੁਐਸਚਨ ਤੇ ਜਾਂਦੇ ਹਾਂ ਜੀ। ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਸੀਗਾ ਵੀ ਕਿਹੜੇ ਲਾਅ ਨੂੰ ਕਿਹਾ ਗਿਆ? ਤਾਂ ਆਪਣਾ ਆਨਸਰ ਕੀ ਆਊਗਾ? ਫਸਟ ਲਾਅ। ਠੀਕ ਹੈ ਜੀ, ਕੀ ਆਊਗਾ ਆਪਣਾ ਆਨਸਰ? ਫਸਟ ਲਾਅ ਆਊਗਾ ਜੀ। ਚਲੋ ਆਪਾਂ ਗੱਲ ਕਰਦੇ ਹਾਂ ਜੀ ਕੁਐਸਚਨ ਨੰਬਰ 6 ਦੀ। ਕੁਐਸਚਨ ਨੰਬਰ 6 ਦੇ ਵਿੱਚ ਕੀ ਪੁੱਛਿਆ ਗਿਆ? ਵਿਕੀਪੀਡੀਆ ਓਨਡ ਬਾय ਦੀ ਨॉन प्रॉफिट ਵਿਕੀਪੀਡੀਆ ਫਾਊਂਡੇਸ਼ਨ was launched on January 15 2001। ठीक है जी, 15 जनवरी 2001 ਦੇ ਵਿੱਚ ਜਿਹੜਾ ਵਿਕੀਪੀਡੀਆ ਕਿਹਦੇ ਦੁਆਰਾ ਲਾਂਚ ਕੀਤਾ ਗਿਆ ਹੈ? ठीक है जी, हाँ जी, ਆਪਾਂ ਪਹਿਲਾਂ ਡਿਟੇਲ ਦੇ ਵਿੱਚ ਜਾਂਦੇ ਹਾਂ ਕੁਐਸਚਨ। ਫਾਊਂਡੇਸ਼ਨ ਜਾਂ ਵਿਕੀਮੀਡੀਆ ਫਾਊਂਡੇਸ਼ਨ, ਠੀਕ ਹੈ, 2003 ਦੇ ਵਿੱਚ ਬਣੀ ਸੀ ਇਹ। ਔਰ ਵਿਕੀਪੀਡੀਆ ਫॉर शॉर्ट एंड एब्रीवेटेड एज WMF इज एन अमेरिकन 501c3 नॉन प्रॉफिट ऑर्गेनाइजेशन। ਇਹ ਕੀ ਹੈ? ਇੱਕ नॉन प्रॉफिट अमेरिकन ਇੱਕ ਆਪਣੇ ਕੋਲ ऑर्गेनाइजेशन है जी ਇਹ। ठीक है, ਜਿਹਦਾ ਹੈੱਡਕੁਆਟਰ ਕਿੱਥੇ ਆ? सैन फ्रांसिस्को कैलिफोर्निया। ठीक है,
ਇੱਥੇ ਇਹਦਾ ਹੈੱਡਕੁਆਟਰ ਹੈ ਜੀ, ਜਿੱਥੋਂ ਇਹ ਕੰਮ ਕਰ ਰਿਹਾ, ਠੀਕ ਹੈ। ਐਂਡ ਰਜਿਸਟਰ ਐਜ ਏ ਚੈਰੀਟੇਬਲ ਫਾਊਂਡੇਸ਼ਨ ਅੰਡਰ ਲੋਕਲ ਲਾ, ਤਾਂ ਇਹ ਕੀ ਹੈ, ਇੱਕ ਚੈਰੀਟੇਬਲ ਫਾਊਂਡੇਸ਼ਨ ਹੈ ਜੀ, ਇਹ ਇੱਕ ਨॉन प्रॉफिट फाउंडेशन ਆ, ਠੀਕ ਹੈ ਜੀ। ਤਾਂ ਵਿਕੀਮੀਡੀਆ ਫਾਊਂਡੇਸ਼ਨ ਇਜ਼ ਦੀ नॉन प्रॉफिट that host Wikipedia and our other free knowledge project. We want to make it easier for everyone to share what they know, ਠੀਕ ਹੈ। ਤਾਂ ਇਹਦੇ ਨਾਲ ਕੀ ਆ, ਆਪਾਂ ਕੋਈ ਵੀ ਚੀਜ਼ ਹੈ ਜੀ ਕਿਸੇ ਵੀ ਨਾਲ ਕਿਸੇ ਨਾਲ ਸ਼ੇਅਰ ਕਰ ਸਕਦੇ ਹਾਂ, ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰ ਸਕਦੇ ਹਾਂ। ਟੂ ਡੂ ਦਿਸ ਵੀ ਕੀਪ ਵਿਕੀਪੀਡੀਆ ਐਂਡ ਵਿਕੀਮੀਡੀਆ ਸਾਈਟਸ ਫਾਸਟ, ਰਿਲਾਇਬਲ ਐਂਡ ਅਵੇਲੇਬਲ ਟੂ ਆਲ, ਠੀਕ ਹੈ ਜੀ। ਤਾਂ ਅਸੀਂ ਵਿਕੀਪੀਡੀਆ ਨੂੰ, ਵਿਕੀਮੀਡੀਆ ਜਿਹੜੇ ਸਾਈਟਸ ਨੇ ਉਹਨਾਂ ਨੂੰ ਆਪਾਂ ਫਾਸਟ ਕਰ ਸਕਦੇ ਹਾਂ, ਰਿਲਾਇਬਲ ਕਰ ਸਕਦੇ ਹਾਂ, ਤਾਂ ਸਾਰਿਆਂ ਵਾਸਤੇ ਅਵੇਲੇਬਲ ਕਰ ਸਕਦੇ ਹਾਂ ਆਪਾਂ। We protect these value and policies that allow free knowledge to thrive. We build new features and tools to make it easy to read, edit and share. ਤਾਂ ਇਹ ਕੁਝ ਕੁ ਵਿਕੀਮੀਡੀਆ ਬਾਰੇ ਗੱਲਾਂ ਕਹੀ ਹੈਗੀਆਂ ਨੇ, ਠੀਕ ਹੈ। ਤਾਂ ਆਪਾਂ ਹੁਣ ਅੱਗੇ ਗੱਲ ਕਰਦੇ ਹਾਂ ਜੀ ਤੁਹਾਡੇ ਨਾਲ, ਠੀਕ ਹੈ। ਵਿਕੀਪੀਡੀਆ was launched on January 15, 2001 ਬਾਏ ਜਿਮੀ ਵੇਲਜ਼ ਐਂਡ ਲੈਰੀ ਸੈਂਗਰ। ਤਾਂ ਆਪਾਂ ਨੂੰ ਨਾਮ ਪੁੱਛਿਆ ਗਿਆ ਸੀ ਵੀ ਕਿਹੜੇ ਦੋ ਬੰਦਿਆਂ ਦੁਆਰਾ ਇਹਨੂੰ ਲਾਂਚ ਕੀਤਾ ਗਿਆ, ਤਾਂ ਉਹ ਕਿਹੜੇ ਕਿਹੜੇ ਨੇ, ਜਿਮੀ ਵੇਲਜ਼ ਐਂਡ ਲੈਰੀ ਸੈਂਗਰ, ਇਹ ਦੋ ਕੀ ਨੇ, ਪਰਸਨ ਦੇ ਨਾਮ ਨੇ, ਠੀਕ ਹੈ ਜੀ। ਤਾਂ ਹੁਣ ਕੁਐਸਚਨ ਤੇ ਜਾਂਦੇ ਆਪਾਂ। ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਸੀ ਆਪਾਂ ਨੂੰ, ਵੀ ਵਿਕੀਪੀਡੀਆ ਜਿਹੜਾ ਕਿਹਦੇ ਦੁਆਰਾ ਲਾਂਚ ਕੀਤਾ ਗਿਆ, ਦੋ ਪਰਸਨ ਸੀਗੇ, ਕਿਹੜੇ ਕਿਹੜੇ ਸੀ, ਜਿਮੀ ਵੇਲਜ਼ ਐਂਡ ਲੈਰੀ ਸੈਂਗਰ, ਠੀਕ ਹੈ ਜੀ। ਤਾਂ ਇਹਦਾ ਆਨਸਰ ਸੀਗਾ। ਚਲੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕੁਐਸਚਨ ਨੰਬਰ 7 ਦੀ। ਕੁਐਸਚਨ ਨੰਬਰ 7 ਦੇ ਵਿੱਚ ਕੀ ਪੁੱਛਿਆ ਗਿਆ, ਅਨੁਕ੍ਰਿਤੀ ਕੀ ਹੈ ਇਹ, ਅਨੁਕ੍ਰਿਤੀ ਇਜ ਏ, ਕੀ ਚੀਜ਼ ਹੈ ਇਹ, ਠੀਕ ਹੈ। ਤਾਂ ਆਨਸਰ ਜਾਣਨ ਤੋਂ ਪਹਿਲਾਂ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਇਹਦੇ ਬਾਰੇ, ਕੀ ਚੀਜ਼ ਹੈ ਇਹ। ਤਾਂ ਅਨੁਕ੍ਰਿਤੀ ਕੀ ਹੈ ਜੀ, the planning commission granted a major project in the area of translation to the Central Institute of Indian Language CIIL Mysore under the title ਅਨੁਕ੍ਰਿਤੀ, ਠੀਕ ਹੈ। ਤਾਂ ਪਲੈਨਿੰਗ ਕਮਿਸ਼ਨ ਨੇ ਇੱਕ ਪ੍ਰੋਜੈਕਟ ਜਿਹੜਾ ਸਟਾਰਟ ਕੀਤਾ ਸੀਗਾ, ਠੀਕ ਹੈ ਜੀ। ਕਿਹਨੂੰ ਇਹ ਦਿੱਤਾ ਗਿਆ ਸੀ ਪ੍ਰੋਜੈਕਟ, ਇੱਕ ਆਪਣਾ ਇੰਸਟੀਚਿਊਟ ਸੀਗਾ ਸੈਂਟਰਲ ਇੰਸਟੀਚਿਊਟ ਆਫ ਇੰਡੀਅਨ ਲੈਂਗੁਏਜ, ਜਿਹੜਾ ਮਸੂਰ ਦੇ ਵਿੱਚ ਸੀਗਾ। ਇਹਦਾ ਟਾਈਟਲ ਕੀ ਸੀ ਪ੍ਰੋਜੈਕਟ ਦਾ, ਅਨੁਕ੍ਰਿਤੀ, ਠੀਕ ਹੈ। ਕਾਹਦੇ ਵਾਸਤੇ ਸੀ ਇਹ, ਇਨ ਦੀ ਏਰੀਆ ਆਫ ਟ੍ਰਾਂਸਲੇਸ਼ਨ ਦੇ ਨਾਲ ਰਿਲੇਟਡ ਇਹ ਪ੍ਰੋਜੈਕਟ ਸੀ ਇੱਕ, ਠੀਕ ਹੈ। ਚਲੋ ਅੱਗੇ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਆਪਾਂ। ਦਾ ਟ੍ਰਾਂਸਲੇਸ਼ਨ ਵੈਬਸਾਈਟ ਟਾਈਟਲ ਅਨੁਕ੍ਰਿਤੀ translating India was designed to function as a translation service and information site in all the Indian language, ठीक है जी। The idea of creating such a website was conceived by the three institutions devoted to the development of Indian language। ਇਹਦੇ ਵਿੱਚ ਤਿੰਨ ਇੰਸਟੀਚਿਊਟ ਸੀਗੇ, ਕਿਹੜੇ ਕਿਹੜੇ ਸੀਗੇ ਜੀ, ਸੈਂਟਰਲ ਇੰਸਟੀਚਿਊਟ ਆਫ ਇੰਡੀਅਨ ਲੈਂਗੁਏਜ MHRD ਮਸੂਰ, ਸਤਿਆ ਅਕੈਡਮੀ ਐਂਡ ਨੈਸ਼ਨਲ ਬੁੱਕ ਟਰਸਟ ਨਿਊ ਦਿੱਲੀ। ਤਾਂ ਆਪਾਂ ਨੂੰ ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ ਵੀ ਕਿਹੜੇ ਕਿਹੜੇ ਤਿੰਨ ਇੰਸਟੀਚਿਊਟ ਸੀ ਇਹਦੇ ਵਿੱਚ, ਠੀਕ ਹੈ, ਇਹ ਯਾਦ ਰੱਖਿਓ ਤੁਸੀਂ। ਚਲੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਇਹ ਟੋਟਲ ਆਫ ਰੇਟ 59.64 ਲੱਖ was allocated for this project during the 10th plan period, ਠੀਕ ਹੈ। ਤਾਂ ਇਹਦੇ ਵਿੱਚ ਕੀ ਸੀਗਾ, ਹਾਂਜੀ 59.64 ਲੱਖ ਜਿਹੜਾ ਆਪਣੇ ਕੋਲ ਰੁਪਏ ਸੀਗੇ ਇਹਦੇ ਵਾਸਤੇ ਐਲੋਕੇਟ ਕੀਤੇ ਗਏ ਸੀ ਇਸ ਪ੍ਰੋਜੈਕਟ ਵਾਸਤੇ, ਠੀਕ ਹੈ ਜੀ। ਲਗਭਗ 60 ਲੱਖ ਰੁਪਇਆ ਜਿਹੜਾ ਇਹਦੇ ਵਾਸਤੇ ਆਪਾਂ ਨੂੰ ਐਲੋਕੇਟ ਕੀਤਾ ਗਿਆ ਸੀ, ਠੀਕ ਹੈ ਜੀ। ਤਾਂ ਐਨ ਆਨਲਾਈਨ ਟ੍ਰਾਂਸਲੇਸ਼ਨ ਜਰਨਲ, ਇੱਕ ਆਨਲਾਈਨ ਟ੍ਰਾਂਸਲੇਸ਼ਨ ਜਰਨਲ ਹੈ ਜੀ, ਟ੍ਰਾਂਸਲੇਸ਼ਨ ਟੂਡੇ, ਠੀਕ ਹੈ। ਇਹ ਵੀ ਯਾਦ ਰੱਖਿਓ ਤੁਸੀਂ, ਕੁਐਸਚਨ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਤਾਂ ਇਹ ਵੀ ਕੀ ਹੈ, ਇੱਕ ਅਨੁਕ੍ਰਿਤੀ ਦੇ ਨਾਲ ਰਿਲੇਟਡ ਹੈਗਾ ਜੀ ਇਹ, ਠੀਕ ਹੈ। ਚਲੋ ਹੁਣ ਆਪਾਂ ਨੂੰ ਕੁਐਸਚਨ ਕੀ ਪੁੱਛਿਆ ਗਿਆ ਸੀ, ਅਨੁਕ੍ਰਿਤੀ ਹੈ ਕੀ ਆ, ਆਪਾਂ ਹੁਣੇ ਗੱਲ ਕਰਕੇ ਹਟੇ ਆ ਵੀ ਇਹ ਅਨੁਕ੍ਰਿਤੀ ਕੀ ਹੈ, ਇੱਕ ਟ੍ਰਾਂਸਲੇਸ਼ਨ ਦੇ ਨਾਲ ਰਿਲੇਟਡ ਆ, ਠੀਕ ਹੈ। ਤਾਂ ਇਹਦਾ ਆਨਸਰ ਕੀ ਆਊਗਾ, ਟ੍ਰਾਂਸਲੇਟਿੰਗ ਇੰਡੀਆ ਵੈਬਸਾਈਟ, ਇੱਕ ਵੈਬਸਾਈਟ ਹੈ ਜੀ ਜਿਹਦਾ ਨਾਮ ਕੀ ਆ, ਅਨੁਕ੍ਰਿਤੀ ਹੈ ਜੀ, ਠੀਕ ਹੈ। ਟ੍ਰਾਂਸਲੇਟਿੰਗ ਇੰਡੀਆ ਵੈਬਸਾਈਟ। ਹਾਂਜੀ ਨੈਕਸਟ ਆਪਾਂ ਗੱਲ ਕਰਾਂਗੇ ਕੁਐਸਚਨ ਨੰਬਰ 8 ਦੀ। 8 ਨੰਬਰ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਜੀ, EZ ਪ੍ਰੋਕਸੀ ਬਾਰੇ ਗੱਲ ਕੀਤੀ ਗਈ ਆ। EZ ਪ੍ਰੋਕਸੀ ਇਜ਼ ਅ ਪ੍ਰੋਡਕਟ ਆਫ, EZ ਜਿਹੜਾ ਪ੍ਰੋਕਸੀ ਹੈ ਕਾਹਦਾ ਪ੍ਰੋਡਕਟ ਆ, ਠੀਕ ਹੈ, ਉਹਦੇ ਬਾਰੇ ਗੱਲ ਕੀਤੀ ਗਈ ਆ। ਹਾਂਜੀ ਤਾਂ ਆਪਾਂ EZ ਪ੍ਰੋਕਸੀ ਬਾਰੇ ਦੇਖਦੇ ਹਾਂ ਕੀ ਹੈ ਇਹ। ਇਟ ਅਲਾਓ ਲਾਇਬ੍ਰੇਰੀ ਟੂ ਡਿਲੀਵਰ ਈ ਸੋਰਸ ਟੂ ਯੂਜ਼ਰ ਸਿੰਪਲੀ ਐਂਡ ਸਿਕਿਉਰਲੀ no matter where or when they are searching, ਠੀਕ ਹੈ। ਤਾਂ EZ ਪ੍ਰੋਕਸੀ ਕੀ ਆ, ਇੱਕ ਸੌਫਟਵੇਅਰ ਹੈ ਜੀ ਜਿਹੜਾ ਲਾਇਬ੍ਰੇਰੀ ਨੂੰ ਅਲਾਉ ਕਰਦਾ, ਕੀ ਅਲਾਉ ਕਰਦਾ, ਟੂ ਡਿਲੀਵਰ
ई सोर्स डिलीवर किवें करने आपां ने, ठीक है, किस नूं करने आ, टू यूजर नूं, ठीक है, यूजर नूं डिलीवर करने आ सिंपली एंड सिक्योरली, ठीक है, सौखे तरीके नाल ते सिक्योर तरीके नाल आपां की करना, डिलीवर करने आपां ई सोर्स। नो मैटर वेयर और वैन दे आर सर्चिंग, भी वो कदों सर्च कर रहे ने ਜਾਂ ਕਰਨਗੇ ਜਾਂ ਕਿੱਥੇ ਸਰਚ ਕਰਨਗੇ, ਇਹਦਾ ਨਾਲ ਕੋਈ ਮਤਲਬ ਨਹੀਂ, ਠੀਕ ਹੈ ਜੀ। ਤਾਂ EZ ਪ੍ਰੋਕਸੀ ਕੀ ਆ, ਵਾਜ ਬਿਲਟ ਟੂ ਐਡਵਾਂਸ ਦੀ crucial role library play in protecting pattern privacy and influencing learning outcome, making it a trusted e-source access and authentication solution। ਤਾਂ EZ proxy ਕੀ ਆ, ਇਹ ਜਿਹੜਾ ਪੈਟਰਨ ਆ ਤੁਹਾਡਾ, ਪੈਟਰਨ ਮੀਨਸ ਇੱਕ ਯੂਜ਼ਰ ਆ, ਯੂਜ਼ਰ ਦੀ ਪ੍ਰੋਟੈਕਸ਼ਨ ਕਰਨ ਵਾਸਤੇ, ਠੀਕ ਹੈ, ਉਹਦੀ ਪ੍ਰਾਈਵੇਸੀ ਰੱਖਣ ਵਾਸਤੇ ਇਹ ਇੱਕ ਆਪਣੇ ਕੋਲ ਸੌਫਟਵੇਅਰ ਹੈ ਇਹ, ਠੀਕ ਹੈ ਜੀ। ਵੀ ਉਹ ਕਿਹੜੇ ਸੋਰਸ ਯੂਜ਼ ਕਰ ਰਿਹਾ, ਕਿੰਨੇ ਸੋਰਸ ਯੂਜ਼ ਕਰ ਰਿਹਾ, ਇਹ ਸਾਰਾ ਕੀ ਆ, ਇਹ ਪ੍ਰਾਈਵੇਸੀ ਰੱਖਦਾ EZ ਪ੍ਰੋਕਸੀ, ਠੀਕ ਹੈ ਜੀ। ਤਾਂ 1000 ਆਫ ਲਾਇਬ੍ਰੇਰੀਜ਼ ਇਨ ਓਵਰ 100 ਕੰਟਰੀ ਯੂਜ਼ EZ ਪ੍ਰੋਕਸੀ। EZ ਪ੍ਰੋਕਸੀ ਜਿਹੜਾ ਸੌਫਟਵੇਅਰ ਆ, ਇਸ ਨੂੰ 100 ਦੀ ਗਿਣਤੀ ਦੇ ਵਿੱਚ ਕੀ ਆ, ਜਿਹੜੀਆਂ ਕੰਟਰੀ ਦੀਆਂ ਲਾਇਬ੍ਰੇਰੀਆਂ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਇਬ੍ਰੇਰੀਆਂ ਨੇ, ਉਹ ਇਸ ਨੂੰ ਯੂਜ਼ ਕਰ ਰਹੀਆਂ ਨੇ, ਠੀਕ ਹੈ ਜੀ। ਕਾਹਦੇ ਵਾਸਤੇ, ਟੂ ਫੈਸਿਲਿਟੇਟ ਸਿਕਿਉਰ ਰਿਲਾਇਬਲ ਐਕਸੈਸ ਟੂ ਈ ਸੋਰਸ, ਤਾਂ ਕਿ ਆਪਾਂ ਜਿਹੜੀ ਈ ਸੋਰਸ ਦੀ ਐਕਸੈਸ ਆ ਉਹ ਸਿਕਿਉਰਲੀ ਤਰੀਕੇ ਨਾਲ, ਰਿਲਾਇਬਲ ਤਰੀਕੇ ਨਾਲ ਆਪਾਂ ਕਰ ਸਕੀਏ, ਠੀਕ ਹੈ ਜੀ। ਕਨੈਕਟ ਯੂਅਰ ਯੂਜ਼ਰ ਟੂ ਲਾਇਬ੍ਰੇਰੀ ਸੋਰਸ ਵਿਦ ਅ ਸਿੰਗਲ ਸਾਈਨ ਔਨ, ਠੀਕ ਹੈ। ਤਾਂ EZ ਪ੍ਰੋਕਸੀ ਨਾਲ ਕੀ ਕਰ ਸਕਦੇ ਹਾਂ ਆਪਾਂ, ਜਿਹੜੇ ਆਪਣੇ ਯੂਜ਼ਰ ਨੇ ਲਾਇਬ੍ਰੇਰੀ ਦੇ, ਉਹਨਾਂ ਨੂੰ ਆਪਾਂ ਕਨੈਕਟ ਕਰ ਸਕਦੇ ਹਾਂ, ਜੋੜ ਸਕਦੇ ਹਾਂ, ਕਾਹਦੇ ਨਾਲ, ਟੂ ਲਾਇਬ੍ਰੇਰੀ ਸੋਰਸ, ਲਾਇਬ੍ਰੇਰੀ ਦੇ ਸੋਰਸ ਨਾਲ ਆਪਾਂ ਉਹਨਾਂ ਨੂੰ ਜੋੜ ਸਕਦੇ ਹਾਂ। ਵਿਦ ਅ ਸਿੰਗਲ ਸਾਈਨ ਔਨ, ਆਪਾਂ ਇੱਕ ਸਿੰਗਲ ਸਾਈਨ ਔਨ ਕਰਨਾ, ਉਹਦੇ ਨਾਲ ਕੀ ਆਪਾਂ ਜਿੰਨੇ ਵੀ ਲਾਇਬ੍ਰੇਰੀ ਦੇ ਸੋਰਸ ਨੇ ਉਹਨਾਂ ਨਾਲ ਆਪਾਂ ਯੂਜ਼ਰ ਨੂੰ ਜੋੜ ਸਕਦੇ ਹਾਂ ਜੀ, ਠੀਕ ਹੈ। ਚਲੋ, EZ ਪ੍ਰੋਕਸੀ ਕੀ ਆ, ਪ੍ਰੋਵਾਈਡ ਯੂਅਰ ਯੂਜ਼ਰ ਵਿਦ continuous access to each source without the hassle of remembering multiple password and username। ਤਾਂ EZ ਪ੍ਰੋਕਸੀ ਕੀ ਆ, ਆਪਾਂ ਨੂੰ ਹੈਸਲ ਫਰੀ ਜਿਹੜੀ ਆਪਾਂ ਨੂੰ ਈ ਸੋਰਸ ਐਕਸੈਸ ਕਰਨ ਦੀ ਜਿਹੜੀ ਪ੍ਰੋਵੀਜ਼ਨ ਪ੍ਰੋਵਾਈਡ ਕਰਦਾ ਜੀ ਇਹ ਆਪਾਂ ਨੂੰ, ਠੀਕ ਹੈ। ਤਾਂ ਇਹਦੇ ਵਿੱਚ ਕੀ ਆ, ਆਪਾਂ ਨੂੰ ਕੋਈ ਜ਼ਿਆਦਾ ਪਾਸਵਰਡ ਆਪਾਂ ਨੂੰ ਯਾਦ ਰੱਖਣ ਦੀ ਕੋਈ ਲੋੜ ਨਹੀਂ ਪੈਂਦੀ, ਠੀਕ ਹੈ ਜੀ। ਚਲੋ, ਤਾਂ ਹੁਣ ਕੁਐਸਚਨ ਕੀ ਪੁੱਛਿਆ ਗਿਆ, ਠੀਕ ਹੈ। ਕੁਐਸਚਨ ਪੁੱਛਿਆ ਗਿਆ ਸੀਗਾ ਵੀ ਜਿਹੜਾ ਇਹ ਆਪਣਾ ਪ੍ਰੋਜੈਕਟ ਆ, ਇਹ ਪ੍ਰੋਡਕਟ ਆ ਕਿਹਦਾ ਗਾ, ਤੇ ਇਹ ਪ੍ਰੋਡਕਟ ਹੈਗਾ ਜੀ OCLC ਦਾ। ਕਾਹਦਾ ਪ੍ਰੋਡਕਟ ਹੈ ਇਹ, OCLC ਦਾ। ਤਾਂ ਆਪਾਂ OCLC ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਡਿਸਕਸ ਕੀਤੀ, ਇਹਦੇ ਵਿੱਚ OCLC ਕੀ ਆ, ਠੀਕ ਹੈ। ਤਾਂ OCLC ਵਾਰ ਫਾਊਂਡਡ ਇਨ 1967, 1967 ਦੇ ਵਿੱਚ ਜਿਹੜੀ OCLC ਨੂੰ ਫਾਊਂਡ ਕੀਤਾ ਗਿਆ ਐਜ ਏ ਓਹੀਓ ਕਾਲਜ ਲਾਇਬ੍ਰੇਰੀ ਸੈਂਟਰ। ਇਹਦਾ ਨਾਮ ਕੀ ਸੀਗਾ ਪਹਿਲਾਂ, ਓਹੀਓ ਕਾਲਜ ਲਾਇਬ੍ਰੇਰੀ ਸੈਂਟਰ ਸੀਗਾ, ਠੀਕ ਹੈ ਜੀ। ਇਹ ਲਾਇਬ੍ਰੇਰੀ ਕੰਪਿਊਟਰ ਨੈਟਵਰਕ ਅਮੰਗ 54 ਕਾਲਜ ਲਾਇਬ੍ਰੇਰੀ ਇਨ ਓਹੀਓ, ਠੀਕ ਹੈ। ਸਟਾਰਟਿੰਗ ਦੇ ਵਿੱਚ ਕੀ ਸੀਗਾ, ਇਹਦੇ ਵਿੱਚ 55 ਕਾਲਜ ਸੀਗੇ, ਕਾਲਜ ਦੀਆਂ ਲਾਇਬ੍ਰੇਰੀਆਂ ਸੀਗੀਆਂ ਓਹੀਓ ਦੀਆਂ, ਠੀਕ ਹੈ। ਓਹੀਓ ਕੀ ਹੈ, ਇੱਕ ਜਗ੍ਹਾ ਦਾ ਨਾਮ ਹੈ ਜੀ। ਇਨ 1977, 1977 ਦੇ ਵਿੱਚ OCLC opened its membership to library beyond the original Ohio consortia and changed its governance and its name from the Ohio College Library Center to OCLC, ਠੀਕ ਹੈ। ਇਹਦਾ ਨਾਮ ਕੀ ਹੈ, ਚੇਂਜ ਕੀਤਾ ਗਿਆ 1970 ਦੇ ਵਿੱਚ। ਕੀ ਨਾਮ ਰੱਖਿਆ ਗਿਆ, ਸੌਰੀ, ਇਹਦਾ OCLC ਨਾਮ 1981 ਦੇ ਵਿੱਚ ਕੀ ਹੈ, ਚੇਂਜ ਕੀਤਾ ਗਿਆ। ਕੀ ਰੱਖਿਆ ਗਿਆ ਇਹਦਾ, ਆਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ ਰੱਖਿਆ ਗਿਆ ਇਹਦਾ ਨਾਮ, ਠੀਕ ਹੈ ਜੀ। ਟੂਡੇ ਮੋਰ ਦੈਨ 60,000 libraries in 123 countries, ठीक है, and countries around the world use OCLC service to locate, acquire, catalog, land and preserve library material, ठीक है जी। ਤਾਂ ਜੇ ਆਪਾਂ ਅੱਜ ਗੱਲ ਕਰੀਏ ਤਾਂ ਇਹਦੇ ਵਿੱਚ 60,000 ਤੋਂ ਵੱਧ ਜਿਹੜੀਆਂ ਲਾਇਬ੍ਰੇਰੀਆਂ ਨੇ ਉਹ ਆਪਣੇ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ, ਠੀਕ ਹੈ ਜੀ, ਯੂਜ਼ ਕਰ ਰਹੀਆਂ ਨੇ OCLC ਸਰਵਿਸ ਨੂੰ। The organization was founded by Fred Kilger, ਠੀਕ ਹੈ। ਤਾਂ ਤੁਹਾਨੂੰ ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਵੀ ਜਿਹੜੀ ਇਹ ਆਰਗੇਨਾਈਜੇਸ਼ਨ ਆ ਕਿਸ ਦੁਆਰਾ ਇਸ ਨੂੰ ਫਾਊਂਡ ਕੀਤਾ ਗਿਆ। ਤਾਂ ਨਾਮ ਕੀ ਇਹਦਾ ਆਥਰ ਦਾ, ਫਰੈਡ ਕਿਲਗਰ, ਐਂਡ ਇਟਸ ਆਫਿਸ ਆਰ ਲੋਕੇਟਡ ਇਨ ਡਬਲਿਨ ਓਹੀਓ। ਡਬਲਿਨ ਓਹੀਓ ਦੇ ਵਿੱਚ ਇਹਦਾ ਜਿਹੜਾ ਆਫਿਸ ਆ ਉਹ ਹੈਗਾ ਜੀ ਇੱਥੇ, ਠੀਕ ਹੈ। ਚਲੋ, ਹੁਣ ਆਪਾਂ ਗੱਲ ਕਰ ਰਹੇ ਹਾਂ ਪ੍ਰੋਡਕਟ ਐਂਡ ਸਰਵਿਸ ਬਾਈ OCLC। OCLC ਦੇ ਕਿਹੜੇ ਕਿਹੜੇ ਪ੍ਰੋਡਕਟ ਨੇ, ਕਿਹੜੇ ਕਿਹੜੇ ਸਰਵਿਸ ਪ੍ਰੋਵਾਈਡ ਕਰਦੀ ਹੈ ਜੀ। ਟੱਚ ਪੁਆਇੰਟ, EZ ਪ੍ਰੋਕਸੀ, ਕੁਐਸਚਨ ਪੁਆਇੰਟ, ਵਰਡ ਕੈਟ, ਵਰਲਡ ਸ਼ੇਅਰ ਮੈਨੇਜਮੈਂਟ ਸਰਵਿਸ। ਇਹ ਕੁਝ ਜਿਹੜੇ ਪ੍ਰੋਡਕਟਸ ਨੇ, ਸਰਵਿਸ ਨੇ OCLC ਦੁਆਰਾ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਤਾਂ ਆਪਾਂ ਨੂੰ EZ ਪ੍ਰੋਕਸੀ ਬਾਰੇ ਪੁੱਛਿਆ ਗਿਆ ਸੀਗਾ ਜੀ, ਕਾਹਦੇ ਬਾਰੇ ਪੁੱਛਿਆ ਗਿਆ ਸੀਗਾ, EZ ਪ੍ਰੋਕਸੀ ਬਾਰੇ। ਤਾਂ ਇਹ ਕਾਹਦਾ ਪ੍ਰੋਡਕਟ ਆ, OCLC ਦਾ, ਠੀਕ ਹੈ ਜੀ।
हाँ जी, ਤਾਂ ਹੁਣ ਜੇ ਆਪਾਂ ਕੁਐਸਚਨ ਤੇ ਜਾਈਏ ਤਾਂ ਆਪਾਂ ਨੂੰ ਇਹੀ ਪੁੱਛਿਆ ਗਿਆ ਸੀ ਵੀ ਜਿਹੜਾ EZ ਪ੍ਰੌਕਸੀ ਆ ਇਹ ਪ੍ਰੋਡਕਟ ਕਾਹਦਾ ਹੈਗਾ, ਕਿਸ ਦਾ ਪ੍ਰੋਡਕਟ ਹੈ, ਤਾਂ ਇਹ ਪ੍ਰੋਡਕਟ ਹੈਗਾ OCLC ਦਾ। ਆਂਸਰ ਕੀ ਹੋਊ ਆਪਣਾ OCLC। ਹਾਂਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕੁਐਸਚਨ ਨੰਬਰ 9 ਦੀ। ਕੁਐਸਚਨ ਨੰਬਰ 9 ਦੇ ਵਿੱਚ ਕੀ ਹੈ ਜੀ, ਕੀ ਪੁੱਛਿਆ ਗਿਆ ਇਹਨਾਂ ਨੇ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਏ ਕਲਾਸੀਕਲ ਮਾਡਲ ਆਫ ਇਨਫੋਰਮੇਸ਼ਨ ਰਿਟਰੀਵਲ। ਠੀਕ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਕਲਾਸੀਕਲ ਮਾਡਲ ਨਹੀਂ ਹੈਗਾ। ਠੀਕ ਹੈ ਜੀ, ਇਹ ਪੁੱਛਿਆ ਗਿਆ। ਤਾਂ ਆਂਸਰ ਜਾਣਨ ਤੋਂ ਪਹਿਲਾਂ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਇਨਫੋਰਮੇਸ਼ਨ ਰਿਟਰੀਵਲ ਕੀ ਹੁੰਦਾ ਜੀ? ਇਟ ਮੇ ਬੀ ਡਿਫਾਈਨ ਐਜ ਏ ਸੌਫਟਵੇਅਰ ਪ੍ਰੋਗਰਾਮ। ਇੱਕ ਸੌਫਟਵੇਅਰ ਪ੍ਰੋਗਰਾਮ ਹੁੰਦਾ ਜੀ that deal with the organization, storage, retrieval and evaluation of the information from the document repository, particularly textual information। ਠੀਕ ਹੈ, ਤਾਂ ਜਿਹੜਾ ਇਹ ਤੁਹਾਡਾ ਇਨਫੋਰਮੇਸ਼ਨ ਰਿਟਰੀਵਲ ਸਿਸਟਮ ਆ ਇਹ ਕਾਹਦੇ ਨਾਲ ਡੀਲ ਕਰਦਾ ਵੀ ਆਪਾਂ ਜਿਹੜੀ ਇਨਫੋਰਮੇਸ਼ਨ ਨੂੰ ਕਿਵੇਂ ਆਰਗੇਨਾਈਜ਼ ਕਰਨਾ, ਕਿਵੇਂ ਉਹਨੂੰ ਸਟੋਰ ਕਰਨਾ, ਕਿਵੇਂ ਉਹਨੂੰ ਰਿਟਰੀਵ ਕਰਨਾ, ਕਿਵੇਂ ਉਹਨੂੰ ਇਵੈਲੂਏਟ ਕਰਨਾ। ਠੀਕ ਹੈ, ਇਹਨਾਂ ਚੀਜ਼ਾਂ ਨਾਲ ਇਹ ਤੁਹਾਡਾ ਜਿਹੜਾ ਸਿਸਟਮ ਹੈ ਜਿਹੜਾ ਰਿਲੇਟ ਕਰਦਾ, ਇਹ ਡੀਲ ਕਰਦਾ ਹੈਗਾ। ਠੀਕ ਹੈ ਜੀ, ਐਨ ਇਨਫੋਰਮੇਸ਼ਨ ਰਿਟਰੀਵਲ ਸਿਸਟਮ ਇਜ਼ ਏ ਸੈਟ ਆਫ ਐਲਗੋਰਿਦਮ। ਇਹ ਕੀ ਹੈ, ਇੱਕ ਸੈਟ ਆਫ ਐਲਗੋਰਿਦਮ ਹੁੰਦਾ ਜੀ that facilitate relevance of displayed documents to search queries। ਠੀਕ ਹੈ ਜੀ, ਤਾਂ ਜਿਹੜਾ ਇਨਫੋਰਮੇਸ਼ਨ ਰਿਟਰੀਵਲ ਆ ਇਹ ਆਪਾਂ ਜਦੋਂ ਵੀ ਕੋਈ ਸਰਚ ਕਰਦੇ ਆ ਤਾਂ ਆਪਾਂ ਨੂੰ ਇਹ ਡਾਕੂਮੈਂਟਸ ਕੀ ਕਰਦਾ ਹੈਗਾ, ਡਿਸਪਲੇ ਕਰਦਾ ਹੈਗਾ। ਠੀਕ ਹੈ ਜੀ, ਇਨ ਸਿੰਪਲ ਵਰਡ, ਜੇ ਆਪਾਂ ਸਿੰਪਲ ਵਰਡ ਦੇ ਵਿੱਚ ਗੱਲ ਕਰੀਏ ਤਾਂ ਇਟ ਵਰਕਸ ਟੂ ਸੌਰਟ ਐਂਡ ਰੈਂਕ ਡਾਕੂਮੈਂਟਸ ਬੇਸਡ ਔਨ ਦੀ ਕੁਐਰੀ ਆਫ ਏ ਯੂਜ਼ਰ। ਠੀਕ ਹੈ, ਜਦੋਂ ਕੋਈ ਯੂਜ਼ਰ ਦੀ ਕੋਈ ਵੀ ਕੁਐਰੀ ਹੁੰਦੀ ਹੈ ਉਹ ਸਰਚ ਕਰਦਾ ਹੈਗਾ ਤਾਂ ਜਿਹੜਾ ਇਨਫੋਰਮੇਸ਼ਨ ਰਿਟਰੀਵਲ ਸੌਫਟਵੇਅਰ ਆ ਜਾਂ ਆਪਣੇ ਕੋਲ ਇੱਕ ਸਿਸਟਮ ਆ ਇਹ ਕੀ ਕਰਦਾ ਹੈਗਾ, ਡਾਕੂਮੈਂਟਸ ਨੂੰ ਸੌਰਟ ਕਰਦਾ ਤੇ ਰੈਂਕ ਕਰਦਾ, ਉਹਨੂੰ ਲੱਭ ਕੇ ਦਿੰਦਾ ਆਪਾਂ ਨੂੰ ਇਹ ਇਨਫੋਰਮੇਸ਼ਨ। ਠੀਕ ਹੈ ਜੀ, ਤਾਂ ਇਸ ਕਰਕੇ ਇਹਦਾ ਨਾਮ ਕੀ ਆ, ਇਨਫੋਰਮੇਸ਼ਨ ਰਿਟਰੀਵਲ। ਠੀਕ ਹੈ ਜੀ, देयर इज अ यूनिफॉर्मिटी विद रिस्पेक्ट टू द क्वेरी एंड टेक्स्ट इन द डॉक्यूमेंट टू एनेबल डॉक्यूमेंट एक्सेसिबिलिटी। चलो, तो आप गल करते हैं जी देयर आर 3 टाइप्स ऑफ इनफॉर्मेशन रिट्रीवल मॉडल। अपने को तीन तरह के इनफॉर्मेशन रिट्रीवल मॉडल ने जी। ठीक है जी, किहड़े किहड़े ने वो, क्लासिकल मॉडल, नॉन क्लासिकल ते अल्टरनेटिव मॉडल। ठीक है जी, हाँ जी, नैक्सट आप गल करांगे जी क्लासिकल मॉडल दी। क्लासिकल मॉडल किहड़े हुंदे जी? इट इज डिजाइन अपॉन बेसिक मैथमेटिकल कंसेप्ट एंड इज द मोस्ट वाइडली यूज्ड ऑफ IR मॉडल। ठीक है जी, क्लासिक इंफॉर्मेशन रिट्रीवल मॉडल कैन बी implemented with the ease। its example include vector space, boolean and probabilistic IR मॉडल। ठीक है, ਤਾਂ क्लासिकल मॉडल किहड़े ने जी? ਜਿਹੜੇ ਕਿਹੜੇ ਹੁੰਦੇ ਨੇ, ਜਿਹੜੇ ਮੈਥਮੈਟਿਕਲੀ ਕਨਸੈਪਟ ਦੇ ਉੱਪਰ ਬੇਸਡ ਹੁੰਦੇ ਨੇ। ਠੀਕ ਹੈ, ਮੈਥਮੈਟਿਕਲੀ ਕਨਸੈਪਟ ਦੇ ਉੱਪਰ ਬੇਸਡ ਹੁੰਦੇ ਨੇ। ਠੀਕ ਹੈ ਜੀ, ਜਿਹੜੇ ਵਾਈਡਲੀ ਯੂਜ਼ ਕੀਤੇ ਜਾਂਦੇ ਆ ਇਨਫੋਰਮੇਸ਼ਨ ਰਿਟਰੀਵਲ ਵਾਸਤੇ। ਠੀਕ ਹੈ, ਜ਼ਿਆਦਾਤਰ ਕਲਾਸੀਕਲ ਮਾਡਲ ਹੀ ਯੂਜ਼ ਕੀਤੇ ਜਾਂਦੇ ਨੇ। ਠੀਕ ਹੈ ਜੀ, ਤਾਂ ਇਹਨਾਂ ਨੂੰ ਯੂਜ਼ ਕਰਨਾ ਵੀ ਕੀ ਹੁੰਦਾ ਹੈਗਾ, ਥੋੜਾ ਜਿਹਾ ਈਜੀ ਹੁੰਦਾ ਹੈਗਾ। ਠੀਕ ਹੈ, ਈਜੀ ਆਪਾਂ ਇਹਨੂੰ ਇੰਪਲੀਮੈਂਟ ਕਰ ਸਕਦੇ ਹਾਂ। ਠੀਕ ਹੈ, ਤਾਂ ਇਹਦੇ ਐਗਜ਼ਾਮਪਲ ਕੀ ਕੀ ਨੇ ਆਪਣੇ ਕੋਲ? ਵੈਕਟਰ ਸਪੇਸ ਮਾਡਲ, ਬੂਲੀਅਨ ਐਂਡ ਪ੍ਰੋਬੇਬਿਲਿਸਟਿਕ IR ਮॉडल। ठीक है, ये एग्जाम्पल ने। ठीक है जी, तो ਆਪਾਂ ਨੂੰ ਇਹੀ ਪੁੱਛਿਆ ਗਿਆ ਸੀਗਾ ਜੀ। एग्जाम्पल ਕੀ ਨੇ, दोबारा देख लो एक बार, वैक्टर स्पेस, बूलियन एंड प्रोबेबिलिस्टिक IR मॉडल। ठीक है जी, ਤਾਂ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ, ਕੁਐਸਚਨ ਤੇ ਜਾਂਦੇ ਆਪਾਂ। ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸੀ ਨਾਟ ਏ ਕਲਾਸੀਕਲ ਮਾਡਲ। ਠੀਕ ਹੈ ਜੀ, ਤਾਂ ਕਲਾਸੀਕਲ ਮਾਡਲ ਕਿਹੜੇ ਕਿਹੜੇ ਨੇ? ਬੂਲੀਅਨ, ਪ੍ਰੋਬੇਬਿਲਿਸਟਿਕ ਤੇ ਵੈਕਟਰ ਸਪੇਸ। ਠੀਕ ਹੈ, ਤਾਂ ਕਲਸਟਰ ਕੀ ਆ, ਇੱਕ ਨॉन क्लासिक, एक की आ क्लासिकल मॉडल नहीं हैगा। ਤਾਂ ਕਿਹੜਾ ਮਾਡਲ ਆ ਜੀ ਇਹ ਹੈਗਾ ਜੀ ਆਪਣੇ ਕੋਲ, ਦੁਬਾਰਾ ਤੁਹਾਨੂੰ ਮੈਂ ਦੱਸ ਦਿਆਂ ਇੱਥੇ ਦੇਖੋ, ਇਹ ਹੈਗਾ ਜੀ ਆਪਣੇ ਕੋਲ ਅਲਟਰਨੇਟਿਵ IR ਮॉडल। ਕਿਹੜਾ ਜੀ ਇਹ ਆਪਣੇ ਕੋਲ? ਅਲਟਰਨੇਟਿਵ। ਠੀਕ ਹੈ, ਯਾਦ ਰੱਖਿਓ ਇਹ ਕਲਾਸਿਕਲ ਮਾਡਲ ਨਹੀਂ ਹੈਗਾ। ਹਾਂਜੀ, ਆਪਾਂ ਗੱਲ ਕਰਦੇ ਹਾਂ ਕੁਐਸਚਨ ਨੰਬਰ 10 ਦੀ। ਹੁਣ 10 ਨੰਬਰ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ, who criticized the concept of main entry as a relic of outdated technology। ठीक है, किस पर्सन ने मेन एंट्री ਨੂੰ ਕ੍ਰਿਟਿਸਾਈਜ਼ ਕੀਤਾ ਗਿਆ। ਠੀਕ ਹੈ ਜੀ, ਗੱਲ ਕਰ ਰਹੇ ਹਾਂ ਆਪਾਂ ਡਿਟੇਲ ਦੇ ਵਿੱਚ। ਹਾਂਜੀ, ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ACR ਬਾਰੇ। ACR ਦੀ ਫੁੱਲ ਫਾਰਮ ਕੀ ਹੈ ਜੀ? ਐਂਗਲੋ ਅਮਰੀਕਨ ਕੈਟਾਲੋਗਿੰਗ ਰੂਲਸ। ठीक है जी, एंग्लो अमेरिकन कैटलॉगिंग रूल्स वर एन इंटरनेशनल लाइब्रेरी कैटलॉगिंग स्टैंडर्ड। एक कैटलॉगिंग स्टैंडर्ड है जी, जो इंटरनेशनल लैवल के उपर यूज किया जाता है। ठीक है,
फर्स्ट पब्लिश इन 1967 1967 ਦੇ ਵਿੱਚ ਪਹਿਲੀ ਵਾਰ ਪਬਲਿਸ਼ ਕੀਤਾ ਗਿਆ। ਇਹ ਕੁਐਸਚਨ ਬਹੁਤ ਵਾਰ ਪੇਪਰ ਦੇ ਵਿੱਚ ਆਉਂਦਾ ਜੀ। ਫਸਟ ਟਾਈਮ ACR ਕਦੋਂ ਪਬਲਿਸ਼ ਕੀਤਾ ਗਿਆ 1967 ਦੇ ਵਿੱਚ। ਐਂਡ ਐਡਿਟਡ ਬਾਈ ਸੀਜ਼ ਸਮਨਰ ਸਪੈਲਡਿੰਗ, ਠੀਕ ਹੈ, ਇਹ ਆਥਰ ਦਾ ਨਾਮ ਆ, ਇਹਦੇ ਦੁਆਰਾ ਇਹਨੂੰ ਐਡਿਟ ਕੀਤਾ ਗਿਆ, ਠੀਕ ਹੈ। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ, ਇਹਦਾ ਆਥਰ ਨਾਮ ਯਾਦ ਰੱਖਿਓ, ਕਈ ਵਾਰ ਤੁਹਾਨੂੰ ਪੇਪਰ ਵਿੱਚ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਐਂਡ ਸੈਕੰਡ ਐਡੀਸ਼ਨ, ਸੈਕੰਡ ਜਿਹੜਾ ਐਡੀਸ਼ਨ ਆ ACR 2 ਬੋਲਦੇ ਜਿਹਨੂੰ ਆਪਾਂ, ਉਹ ਕਿਹਦੇ ਦੁਆਰਾ ਐਡਿਟ ਕੀਤਾ ਗਿਆ? ਉਹ ਐਡਿਟ ਕੀਤਾ ਗਿਆ ਜੀ ਮਾਈਕਲ ਜਾਰਜਮੈਨ ਦੁਆਰਾ ਐਂਡ ਪੌਲ W ਵਿੰਕਲਰ ਦੁਆਰਾ ਇਹਨੂੰ ਐਡਿਟ ਕੀਤਾ ਗਿਆ ਜੀ, ਠੀਕ ਹੈ, ਜਿਹੜਾ ਕਿ 1978 ਦੇ ਵਿੱਚ ਇਸ਼ੂ ਕੀਤਾ ਗਿਆ ਸੀ, ਪਬਲਿਸ਼ ਕੀਤਾ ਗਿਆ ਸੀਗਾ, ਠੀਕ ਹੈ ਜੀ। ਵਿਦ ਸਬਸੀਕੁਐਂਟ ਰਿਵੀਜ਼ਨ ਅਪੀਅਰਿੰਗ ਇਨ 1988 ਐਂਡ 1998 ਆਲ ਅਪਡੇਟ ਸੀਜ਼ ਇਨ 2005, ਠੀਕ ਹੈ ਜੀ। ਤਾਂ 1988 ਦੇ ਵਿੱਚ ਆਇਆ ਰਿਵਾਈਜ਼ ਕਰਕੇ, ਫਿਰ 1998 ਦੇ ਵਿੱਚ ਰਿਵਾਈਜ਼ ਹੋਇਆ, ਤਾਂ 2005 ਦੇ ਵਿੱਚ ਕੀ ਇਹਨੂੰ ਸੀਜ਼ ਕਰ ਦਿੱਤਾ ਗਿਆ ਜੀ, ਬੰਦ ਕਰ ਦਿੱਤਾ ਗਿਆ ਸੀ। ਆਪਾਂ ਹੁਣ ਗੱਲ ਕਰਦੇ ਹਾਂ ਮਾਈਕਲ ਜਾਰਜਮੈਨ ਹੈ, ਜਾਰਜਮੈਨ ਬਾਰੇ। ਮਾਈਕਲ ਜਾਰਜਮੈਨ criticized ACR 1 for its emphasis on the concept of main entry, which Georgeman called a relic of outdated technology। ਆ ਦੇਖੋ ਜੀ, ਇਹੀ ਆਪਾਂ ਨੂੰ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸੀਗਾ ਵੀ ਕਿਸ ਪਰਸਨ ਨੇ ਕਿਹਾ ਵੀ ਜਿਹੜੀ ਆਪਣੀ ਮੇਨ ਐਂਟਰੀ ਆ ਉਹ ਕੀ ਆ? relic of outdated technology, ਠੀਕ ਹੈ, made obsolete by computer based catalog with multiple access points for all work contained in the database, ਠੀਕ ਹੈ। ਤਾਂ ਇਹ ਕੀ ਹੈ? ਇੱਕ ਆਊਟਡੇਟਡ ਟੈਕਨੋਲੋਜੀ ਆ, ਜਿਹੜੀ ਮੇਨ ਐਂਟਰੀ ਕੀ ਹੈ, ਇਹ ਇੱਕ ਆਊਟਡੇਟਡ ਟੈਕਨੋਲੋਜੀ ਆ, ਕਿਉਂਕਿ ਹੁਣ ਅੱਜ ਕੱਲ੍ਹ ਟੈਕਨੋਲੋਜੀ ਆ ਗਈ, ਤਾਂ ਟੈਕਨੋਲੋਜੀ ਦੇ ਨਾਲ ਕੀ ਕਰ ਸਕਦੇ ਹਾਂ ਆਪਾਂ? ਮਲਟੀਪਲ ਐਕਸੈਸ ਪੁਆਇੰਟ ਆ ਜਿਹੜੇ ਆਪਾਂ ਐਕਸੈਸ ਕਰ ਸਕਦੇ ਹਾਂ ਇਹਦੇ ਵਿੱਚ, ਠੀਕ ਹੈ ਜੀ। ਹਾਂਜੀ, ਤਾਂ ਆਪਾਂ ਦੁਬਾਰਾ ਕੁਐਸਚਨ ਤੇ ਜਾਵਾਂਗੇ। ਕੁਐਸਚਨ ਦੇਖੋ ਦੁਬਾਰਾ ਇੱਕ ਵਾਰ, ਹੂ ਕ੍ਰਿਟਿਸਾਈਜ਼ ਦ ਕਨਸੈਪਟ ਆਫ ਮੇਨ ਐਂਟਰੀ, ਕਿਹਨੇ ਕ੍ਰਿਟਿਸਾਈਜ਼ ਕੀਤਾ? ਤਾਂ ਇਹਦਾ ਆਨਸਰ ਕੀ ਆਊਗਾ? ਮਾਈਕਲ ਜਾਰਜਮੈਨ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨਾ ਹੀ ਕਰਾਂਗੇ, ਠੀਕ ਹੈ। ਤਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਅੱਗੇ ਪਲੀਜ਼ ਇਹਨੂੰ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ। ਤਾਂ ਆਪਾਂ ਰੈਗੂਲਰ ਆਪਾਂ ਇਸ ਚੈਨਲ ਦੇ ਉੱਪਰ ਵੀਡੀਓ ਅਪਲੋਡ ਕਰਦੇ ਰਹਾਂਗੇ। ਥੈਂਕ ਯੂ।